ਸਟਾਰ ਟਾਕ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਸਿਮਰਤ ਗਰੇਵਾਲ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਇੱਕ ਵਾਰ ਫਿਰ ਤੁਹਾਡੇ ਲਈ ਨਵਾਂ ਸਟਾਰ ਟਾਕ ਲੈ ਕੇ ਹਾਜ਼ਰ ਹੋਏ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਕੋਵਿਡ ਪੂਰੀ ਦੁਨੀਆ ਵਿੱਚ ਛਾਇਆ ਹੋਇਆ। ਅਜੇ ਵੀ ਇਹ ਸਾਰੀ ਦੁਨੀਆ ਵਿੱਚ ਚਰਚਾ ਦੇ ਵਿੱਚ ਹੈ। ਲਗਾਤਾਰ ਜਿਹੜੇ ਵੱਖ-ਵੱਖ ਦੇਸ਼ਾਂ ਵਿੱਚ ਜਿਹੜੀ ਗਿਣਤੀ ਇਹਨਾਂ ਦੀ ਲਗਾਤਾਰ ਵੱਧਦੀ ਜਾ ਰਹੀ ਹੈ ਕੋਵਿਡ ਕੇਸਾਂ ਦੀ। ਇਸੇ ਤਰ੍ਹਾਂ ਹੀ ਕੈਨੇਡਾ ਦੇ ਵਿੱਚ ਵੀ ਜਿਹੜੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅਮਰੀਕਾ, ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ ਈਵਨ ਦੁਆਰਾ ਜਿਹੜਾ ਇਹ ਸ਼ੁਰੂ ਹੋ ਗਿਆ ਕੋਵਿਡ ਦਾ ਕੰਮ। ਸੋ ਇਸ 'ਤੇ ਅੱਜ ਫਿਰ ਥੋੜ੍ਹੀ ਜਿਹੀ ਚਰਚਾ ਕਰਾਂਗੇ, ਖਾਸ ਕਰਕੇ ਜਿਹੜੇ ਵੈਕਸੀਨ ਹੈ, ਕਿਹੜੀ ਕੰਪਨੀਜ਼ ਨੇ ਵੈਕਸੀਨ ਕੱਢੀ ਹੈ ਅਤੇ ਕਿਹੜੇ ਦੇਸ਼ਾਂ ਵਿੱਚ ਪਹੁੰਚ ਚੁੱਕੀ ਹੈ ਅਤੇ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰਭਾਵ ਹੋਣਗੇ, ਇਹਦੇ ਬਾਰੇ ਗੱਲਬਾਤ ਕਰਾਂਗੇ। ਸੋ ਗੱਲਬਾਤ ਲਈ ਅੱਜ ਫਿਰ ਮੇਰੇ ਨਾਲ ਹਾਜ਼ਰ ਨੇ ਸਟੂਡੀਓ ਵਿੱਚ ਹਰਕੀਰਤ ਜੀ। ਹਰਕੀਰਤ ਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਸਿਮਰਤ ਜੀ। ਅੱਛਾ ਹਰਕੀਰਤ ਜੀ, ਪਹਿਲਾਂ ਤਾਂ ਆਪਾਂ ਇੱਥੋਂ ਗੱਲ ਸ਼ੁਰੂ ਕਰਦੇ ਹਾਂ, ਕਿਉਂਕਿ ਕੋਵਿਡ ਦੇ ਕੇਸ ਲਗਾਤਾਰ ਵੱਧ ਰਹੇ ਨੇ। ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਤਾਂ ਕਹਿੰਦੇ ਵੀ ਜਦੋਂ ਤੋਂ ਇਹ ਸ਼ੁਰੂ ਹੋਇਆ ਸੀ ਇਸ ਸਾਲ ਜਨਵਰੀ ਫਰਵਰੀ ਦੇ ਵਿੱਚ, ਸੋ ਪਹਿਲੇ 6 ਮਹੀਨੇ ਵਿੱਚ ਕਹਿ ਰਹੇ ਨੇ ਵੀ ਤਕਰੀਬਨ 1 ਲੱਖ ਦੇ ਨੇੜੇ ਤੇੜੇ ਜਿਹੜੇ ਕੇਸ ਹੋਏ ਸੀ। ਸੋ ਅਗਲੇ 4 ਕੁ ਮਹੀਨਿਆਂ ਦੇ ਵਿੱਚ 2 ਲੱਖ ਹੋ ਗਏ। ਸੋ ਪਿਛਲੇ ਕਹਿੰਦੇ 18-19 ਦਿਨਾਂ ਦੇ ਵਿੱਚ ਹੀ ਜਿਹੜਾ ਇਹ 4 ਲੱਖ ਦਾ ਅੰਕੜਾ ਪਾਰ ਕਰ ਗਿਆ। ਸੋ ਇੰਨੀ ਤੇਜ਼ੀ ਦੇ ਨਾਲ ਜਿਹੜੇ ਕੇਸ ਵਧੇ ਨੇ। ਪਹਿਲਾਂ ਤਾਂ ਤੁਸੀਂ ਆਪਣੇ ਇਹਦੇ 'ਤੇ ਥੋੜ੍ਹੇ ਜਿਹੇ ਵਿਚਾਰ ਦਿਓ ਵੀ ਜਿਹੜੇ ਲਗਾਤਾਰ ਕੇਸ ਵੱਧ ਰਹੇ ਨੇ, ਕਿਸ ਤਰ੍ਹਾਂ ਲੈ ਰਹੇ ਹੋ ਤੁਸੀਂ ਇਹਨੂੰ? ਸਿਮਰਤ ਜੀ, ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਜਦ ਆਪਣੇ ਸ਼ੁਰੂ ਹੋਇਆ ਸੀ ਕੋਵਿਡ-19, ਸ਼ਾਇਦ ਕਿਸੇ ਨੇ ਵੀ ਨਹੀਂ ਇਹ ਸੋਚਿਆ ਹੋਣਾ ਹੈ ਕਿ ਇਹ ਇੰਨਾ ਲੰਬਾ ਇਹਦਾ ਖਿੱਚਿਆ ਜਾਵੇਗਾ। ਹਾਂਜੀ, ਸ਼ਾਇਦ ਮੇਨਲੀ ਇਹ ਗੱਲ ਸੀ ਕਿ ਜਦ ਜੋ ਚੀਜ਼ ਆਪਾਂ ਪਹਿਲਾਂ ਵੀ, ਸ਼ਾਇਦ ਮੈਂ ਤੁਹਾਨੂੰ ਇਹ ਗੱਲ ਹਮੇਸ਼ਾ ਕਰਦਾ ਰਹਿਣਾ ਕਿ ਜਦ ਇਹ ਚੀਜ਼ ਨਾਲ ਅਸੀਂ ਕਿਸੇ ਚੀਜ਼ ਨੂੰ ਜੀਣਾ ਸਿੱਖ ਜਾਂਦੇ ਹਾਂ, ਫਿਰ ਇਸ ਨੂੰ ਲੀਨੀਅਰਟੀ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਸਬਕੌਂਸ਼ੀਅਸ ਮਾਈਂਡ ਇਹ ਸੋਚਦਾ ਕਿ ਹੁਣ ਸ਼ਾਇਦ ਜਿਵੇਂ ਆਪਾਂ ਅੱਖਾਂ ਬੰਦ ਕਰ ਲਈਏ ਕਿ ਸ਼ਾਇਦ ਉਹ ਨਜ਼ਰ ਨਹੀਂ ਆ ਰਿਹਾ, ਤਾਂ ਸਾਨੂੰ ਤਾਂ ਇਹ ਇਫੈਕਟ ਨਹੀਂ ਪਏਗਾ ਇਸ ਚੀਜ਼ ਦੇ ਉੱਪਰ। ਸੋ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਬੈਕ ਆਫ ਆਵਰ ਹੈਡ ਅਸੀਂ ਇਹ ਸੋਚਣ ਲੱਗ ਗਏ ਹਾਂ ਕਿ ਅਸੀਂ ਇਹਦੇ ਨਾਲ ਜੀਣਾ ਕਿਵੇਂ ਆ, ਔਰ ਉਹਨੂੰ ਲੀਨੀਅੰਸ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਜਿਹਦੇ ਕਿ ਸਾਨੂੰ ਇਹ ਲੱਗਦਾ ਕਿ ਸਾਨੂੰ ਨਹੀਂ ਹੋਣਾ ਹੈਗਾ ਇਹ, ਕਿ ਜੋ ਅਸੀਂ ਪ੍ਰੀਕਾਸ਼ਨ ਲੈ ਰਹੇ ਹਾਂ, ਉਹ ਇਤਿਹਾਤ ਲੈ ਰਹੇ ਹਾਂ, ਉਹ ਅਸੀਂ ਸਹੀ ਤਰੀਕੇ ਨਾਲ ਲੈ ਰਹੇ ਹਾਂ। ਪਰ ਜੇ ਇਹ ਵੱਧ ਰਹੇ ਨੇ ਤਾਂ ਕਿਤੇ ਨਾ ਕਿਤੇ ਇਸ ਚੀਜ਼ ਸਾਨੂੰ ਇਹ ਸੋਚਣਾ ਪੈਣਾ ਕਿ ਜਿਹੜੇ ਸਾਡੇ ਇਤਿਹਾਤ ਨੇ, ਜਿਹੜੀ ਸਾਡੀ ਪ੍ਰੀਕਾਸ਼ਨਸ ਨੇ, ਉਹ ਸਹੀ ਨਹੀਂ ਹੈ ਕਿਤੇ ਨਾ ਕਿਤੇ। ਸ਼ਾਇਦ ਅਸੀਂ ਉਹਨੂੰ ਐਗਜ਼ੈਕਟਲੀ ਫੋਲੋ ਨਹੀਂ ਕਰ ਰਹੇ। ਸ਼ਾਇਦ ਜੋ ਅਸੀਂ ਮਾਸਕ ਲਾ ਰਹੇ ਹਾਂ ਉਹਨੂੰ ਅਸੀਂ ਐਗਜ਼ੈਕਟਲੀ ਸਹੀ ਤਰੀਕੇ ਨਾਲ, ਉਹ ਸਹੀ ਕੁਆਲਿਟੀ ਜਾਂ ਜਿਸ ਤਰ੍ਹਾਂ ਨਹੀਂ ਲਾ ਰਹੇ ਹੈਗੇ। ਜਿੱਦਾਂ ਤੁਸੀਂ ਖੁਦ ਸੋਚੋ, ਜਿੱਦਾਂ ਅਸੀਂ ਪਹਿਲਾਂ ਆ ਕੇ ਹੱਥ ਧੋਂਦੇ ਸੀ, ਆਪਣੇ ਹੱਥ ਯੂਜ਼ ਕਰਦੇ ਸੀ ਕਿ ਅਸੀਂ ਚੀਜ਼ ਨੂੰ ਟੱਚ ਨਹੀਂ ਕਰਨਾ ਹੈ, ਜਾਂ ਅਸੀਂ ਸੈਨੀਟਾਈਜ਼ਰਸ ਨੂੰ ਯੂਜ਼ ਕਰਨਾ ਵਧੀਆ ਤਰੀਕੇ ਨਾਲ, ਸ਼ਾਇਦ ਅੱਜ ਉਹ ਕਰਦੇ ਹਾਂ, ਸ਼ਾਇਦ ਕਿਤੇ ਨਾ ਕਿਤੇ ਨਹੀਂ ਕਰਦੇ। ਹਾਂ, ਘੱਟ ਹੋ ਗਿਆ। ਸੋ ਇਹ ਜਿਹੜੀ ਸਾਡੀ ਇਹ ਜਿਹੜੀ ਸੋਚ ਹੈ, ਇਹਦਾ ਖਿਮਾਜਾ ਸਾਨੂੰ ਭੁਗਤਣਾ ਪੈ ਰਿਹਾ ਹੈ। ਔਰ ਦੂਸਰੀ ਗੱਲ, ਮੈਨੂੰ ਇਹ ਲੱਗਦਾ ਕਿ ਹਜੇ ਵੀ ਆਪਾਂ ਕੋਵਿਡ-19 ਨੂੰ ਸਹੀ ਤਰੀਕੇ ਨਾਲ ਸਮਝ ਨਹੀਂ ਪਾਏ ਹੈਗੇ, ਇਵੈਲੂਏਟ ਨਹੀਂ ਕੀਤਾ ਹੈ। ਔਰ ਇਹਦੀ ਸੀਵੀਅਰਿਟੀ ਨੂੰ, ਇਹਦੀਆਂ ਜੋ ਕੌਨਸੀਕੁਐਂਸਿਸ ਨੇ, ਉਹ ਅਸੀਂ ਸ਼ਾਇਦ ਨਹੀਂ ਸਮਝ ਪਾਏ। ਉਹਦੇ ਨਾਲ ਇੱਕ ਹੋਰ ਵੀ ਵਜ੍ਹਾ ਉਹ ਇਹ ਹੈ ਕਿ ਬੈਕ ਹੋਮ ਇੰਡੀਆ ਦੇ ਵਿੱਚ ਜਿਹੜਾ ਮੋਰਟੈਲਿਟੀ ਰੇਟ ਹੈ, ਜਿਹੜਾ ਰਿਕਵਰੀ ਰੇਟ ਹੈ, ਉਹ ਬਹੁਤ ਹਾਈ ਹੈ। 93% ਤੋਂ ਵੱਧ ਉਹਦਾ ਜੋ ਰਿਕਵਰੀ ਰੇਟ ਹੈ। ਇਹ ਕਲੇਮ ਕਰ ਰਹੇ ਨੇ ਵੀ ਪੂਰੀ ਦੁਨੀਆ ਵਿੱਚ ਜਿਹੜਾ ਇੰਡੀਆ ਦੇ ਵਿੱਚ ਸਭ ਤੋਂ ਵੱਧ ਰਿਕਵਰੀ ਰੇਟ ਹੈ। ਹਾਂਜੀ, ਸੋ ਉਹ ਸਾਡੇ ਬੈਕ ਆਫ ਹੈਡ ਇਹ ਲੱਗ ਰਿਹਾ ਵੀ ਜੇ ਉੱਥੇ ਕੁਝ ਨਹੀਂ ਹੋ ਰਿਹਾ, ਸ਼ਾਇਦ ਉਰੇ ਵੀ ਕੁਝ ਨਹੀਂ ਹੋ ਰਿਹਾ, ਜਦ ਕਿ ਉਹਦੇ 'ਚ ਹੋ ਸਕਦਾ ਕਿ ਕੋਈ ਸਟ੍ਰੇਨਸ ਅਲੱਗ ਹੋਣ। ਹਾਂਜੀ, ਇੱਥੇ ਮੈਂ ਤੁਹਾਡੇ ਨਾਲ ਇਹੀ ਗੱਲ ਕਰਨੀ ਚਾਹੁੰਦਾ। ਇੱਕ ਤਾਂ ਇਹ ਗੱਲ ਹੁਣ ਆਮ ਹੀ ਆਪਾਂ ਜਦੋਂ ਕਿਸੇ ਨਾਲ ਗੱਲਬਾਤ ਕਰਦੇ, ਇਹ ਗੱਲ ਸਾਹਮਣੇ ਆਉਂਦੀ ਹੈ। ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਜੀ ਵੀ ਇਹ ਤਾਂ ਐਵੇਂ ਸਰਕਾਰਾਂ ਵੱਲੋਂ ਇਹਨੂੰ ਜ਼ਿਆਦਾ ਹਊਆ ਬਣਾ ਦਿੱਤਾ ਗਿਆ, ਕੋਵਿਡ ਇਸ ਤਰ੍ਹਾਂ ਦੀ ਕੋਈ ਚੀਜ਼ ਹੈ ਨਹੀਂ ਸੀ। ਇੱਕ ਤਾਂ ਇਹ ਗੱਲ ਆ। ਦੂਸਰਾ ਇਹ ਗੱਲ ਤੁਸੀਂ ਕੀਤੀ ਆ ਵੀ ਇੰਡੀਆ ਦੇ ਵਿੱਚ ਇੰਨਾ ਉਹਨੂੰ ਸੀਰੀਅਸਲੀ ਨਹੀਂ ਲਿਆ ਜਾ ਰਿਹਾ, ਤਾਂ ਉਹ ਕਹਿ ਰਹੇ ਨੇ ਵੀ ਸਾਡਾ ਰਿਕਵਰੀ ਰੇਟ ਬਹੁਤ ਹਾਈ ਹੈ। ਅਤੇ ਜਦੋਂ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ, ਇੱਥੇ ਇਹਨੂੰ ਕਾਫੀ ਸੀਰੀਅਸਲੀ ਲਿਆ ਜਾ ਰਿਹਾ। ਅਤੇ ਜਦੋਂ ਵੀ ਨੰਬਰ ਵੱਧ ਰਹੇ ਨੇ ਲਗਾਤਾਰ, ਸਰਕਾਰਾਂ ਵੱਲੋਂ ਉਹਨਾਂ ਦੇ ਵਿੱਚ ਚੇਂਜਿਸ ਆ ਰਹੀਆਂ ਪਾਬੰਦੀਆਂ ਦੇ ਵਿੱਚ। ਸੋ ਇਹ ਦੋਨਾਂ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਵੀ ਵਾਕਈ ਸਰਕਾਰਾਂ ਦਾ ਹਊਆ ਜ਼ਿਆਦਾ ਬਣਾਇਆ ਜਾਂ ਅਸਲ 'ਚ ਕੋਵਿਡ ਹੈ? ਨਹੀਂ, ਆਪਾਂ ਹਊਏ ਦੀ ਗੱਲ ਨਾ ਕਰੀਏ, ਕਿਉਂਕਿ ਸ਼ਾਇਦ ਇੱਥੇ ਜਿਹੜਾ ਉਹਦਾ ਮਰਟ ਰੇਟ ਹੈ ਉਹ ਥੋੜ੍ਹਾ ਜਿਹਾ ਜ਼ਿਆਦਾ ਹੈ। ਕਿਉਂਕਿ ਇੱਥੇ ਵੈਸੇ ਵੀ ਇਹ ਸਫਾਈ ਪਸੰਦ ਦੇਸ਼ ਨੇ, ਇੱਥੇ ਜਿਹੜਾ ਉਹਨਾਂ ਦੀ ਇਮਿਊਨ ਪਾਵਰ ਹੈ ਉਹ ਥੋੜ੍ਹੀ ਜਿਹੀ ਬਾਕੀਆਂ ਨਾਲੋਂ ਘੱਟ ਵੀ ਹੁੰਦੀ ਹੈ। ਔਰ ਇੰਡੀਆ ਕਿ ਇਹੋ ਜਿਹਾ ਜਿਹੜੇ ਵੀ ਥਰਡ ਵਰਲਡ ਕੰਟਰੀਜ਼ ਨੇ, ਜਿੱਥੇ ਹੀ ਆਲਰੇਡੀ ਪਹਿਲਾਂ ਮਲੇਰੀਆ, ਇਬੋਲਾ, ਇਹੋ ਜਿਹੇ ਜਿਹੜੇ ਇਨਫੈਕਸ਼ਨਸ ਆ ਚੁੱਕੇ ਨੇ, ਉੱਥੇ ਉਹਨਾਂ ਦਾ ਇਮਿਊਨ ਜਿਹੜਾ ਪਾਵਰ ਹੈ ਉਹ ਕਾਫੀ ਜ਼ਿਆਦਾ ਸਟਰੋਂਗ ਹੋ ਚੁੱਕਿਆ ਹੈ। ਇਹ ਵੀ ਇੱਕ ਬਹੁਤ ਵੱਡੀ ਵਜ੍ਹਾ ਹੈ
ਜਿਹੜੀ ਹੈ। ਹਰੀ ਤੁਹਾਨੂੰ ਇੱਥੇ ਰੋਕਦਾ ਹਾਂ, ਤੁਸੀਂ ਆਹ 2-3 ਜਿਹੜੀਆਂ ਬਿਮਾਰੀਆਂ ਦਾ ਨਾਂ ਲਿਆ, ਸੋ ਇਹ ਵੀ ਹੋ ਸਕਦਾ ਵੀ ਜਿਹੜੇ ਥਰਡ ਵਰਲਡ ਕੰਟਰੀਜ਼ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਨੇ, ਤੋਂ ਜਿਹੜੇ ਵੈਕਸੀਨ ਜ਼ਿਆਦਾ ਲੱਗਦੇ ਨੇ ਲੋਕਾਂ ਨੂੰ, ਤੇ ਉਹਨਾਂ ਦੇ ਜਿਹੜੇ ਇਮਿਊਨਿਟੀ ਜ਼ਿਆਦਾ ਸਟਰੋਂਗ ਹੈ। ਨਹੀਂ, ਵੈਕਸੀਨ ਆਲਰੇਡੀ ਉੱਥੇ ਜ਼ਿਆਦਾ ਹੋਈ ਹੈ, ਲੱਗ ਚੁੱਕੇ ਨੇ। ਔਰ ਦੂਸਰੀ ਗੱਲ ਹੈ ਕਿ ਦੇਖੋ ਜਿਹੜੇ ਵੀ ਜਿਵੇਂ ਸਾਰਸ ਆਇਆ ਸੀ, ਜਿਵੇਂ ਕੋਵਿਡ ਆਇਆ ਜਾਂ ਹੋਰ ਇਸ ਤਰ੍ਹਾਂ ਦੇ, ਇਹ ਥੋੜ੍ਹਾ ਜਿਹਾ ਆਪਣੇ ਆਪ ਨੂੰ ਜੈਨੇਟਿਕਲੀ ਜਿਹੜਾ ਵਾਇਰਸ ਹੈ ਉਹ ਚੇਂਜ ਕਰ ਲੈਂਦਾ ਹੈ, ਹੁੰਦਾ ਉਹੀ ਹੈ। ਠੀਕ ਹੈ, ਕਿਉਂਕਿ ਰੈਸਪੀਰੇਟਰੀ ਟਰੈਕ ਨੂੰ ਇਫੈਕਟ ਕਰਦਾ ਹੈ। ਸੋ ਜਿੰਨੇ ਵੀ ਰੈਸਪੀਰੇਟਰੀ ਟਰੈਕ ਨੂੰ, ਚਾਹੇ ਉਹ TB ਹੈ, ਜੋ ਜਿੰਨੇ ਵੀ ਇਫੈਕਟ ਕਰਦੇ ਨੇ, ਉਹ ਵਾਇਰਸ ਸੇਮ ਹੁੰਦੇ ਨੇ, ਲੇਕਿਨ ਉਹ ਆਪਣੇ ਨੂੰ ਜੈਨੇਟਿਕਲੀ ਡਿਫਰੈਂਟ ਕਰਕੇ ਉਹ ਨਵੇਂ ਕਹਿੰਦੇ ਆਪਾਂ ਨਵਾਂ ਵਾਇਰਸ ਆ ਗਿਆ। ਉਹਦੀ ਜਿਹੜਾ ਮਦਰ ਹੈ, ਜੋ ਆਪਾਂ ਕਹੀਏ ਵੀ ਜਿਵੇਂ ਮਦਰ ਟੰਗ ਕਹਿ ਲਈਏ ਜਾਂ ਜੋ ਵੀ ਇੱਦਾਂ ਦੀ ਚੀਜ਼ ਹੁੰਦੀ ਹੈ, ਐਗਜ਼ਾਮਪਲ ਮੈਂ ਦੇ ਰਿਹਾ। ਸੋ ਉਹਨਾਂ ਜੋ ਓਰੀਜਨ ਹੈ ਉਹ ਤਕਰੀਬਨ ਸੇਮ ਹੁੰਦਾ ਹੈ। ਠੀਕ ਹੈ, ਠੀਕ ਹੈ। ਜਿਵੇਂ ਹੁਣ ਇਹ ਕਹਿੰਦੇ ਬੈਟਸ ਤੋਂ ਆਇਆ ਸੀ ਜਾਂ ਇਹ ਵਾਈਲਡ ਲਾਈਫ ਤੋਂ ਆਇਆ ਸੀ। ਸੋ ਉਹ ਜਦ ਆਇਆ, ਜਦ ਨਵੀਂ ਸਟ੍ਰੇਨ ਲੈ ਕੇ ਆਇਆ, ਆਪਣੇ ਨੂੰ ਮੋਡੀਫਾਈ ਕਰਕੇ ਆਇਆ। ਸੋ ਥਰਡ ਵਰਲਡ ਕੰਟਰੀਜ਼ ਵਿੱਚ ਪਹਿਲਾਂ ਹੀ ਇਹ ਬਹੁਤ ਜ਼ਿਆਦਾ ਫੈਲਿਆ ਹੋਇਆ ਸੀ। ਕਿਸੇ ਜ਼ਮਾਨੇ ਦੇ ਵਿੱਚ ਮਲੇਰੀਆ ਨੂੰ ਐਰੈਡੀਕੇਟ ਕੀਤਾ ਗਿਆ, TB ਨੂੰ ਐਰੈਡੀਕੇਟ ਕੀਤਾ ਗਿਆ, ਉਹ ਬਹੁਤ ਵੱਡੇ ਲੈਵਲ ਤੇ ਪੋਲੀਓ ਨੂੰ ਐਰੈਡੀਕੇਟ ਕੀਤਾ ਗਿਆ, ਉਹ ਬਹੁਤ ਵੱਡੇ ਲੈਵਲ ਤੇ ਉੱਥੇ ਵੈਕਸੀਨੇਸ਼ਨ ਹੋਈ ਹੈ। ਔਰ ਵੈਸੇ ਵੀ ਉੱਥੇ ਪੋਲਿਊਸ਼ਨਸ ਜਾਂ ਜਿਹੜੀਆਂ ਹੋਰ ਪੋਲਿਊਟਡ ਚੀਜ਼ਾਂ ਹੈਗੀਆਂ ਨੇ, ਚਾਹੇ ਏਅਰ ਪੋਲਿਊਟਡ ਹੈ ਜਾਂ ਉੱਥੇ ਦੇ ਵਾਟਰ ਪੋਲਿਊਸ਼ਨਸ ਹੈ ਨੇ ਜਾਂ ਹੋਰ ਵੀ ਹੈ, ਉਹ ਇੱਕ ਆਮ ਇਨਸਾਨ ਦੀ ਜਿਹੜੀ ਇਮਿਊਨਿਟੀ ਹੁੰਦੀ ਹੈ ਉਹ ਕਾਫੀ ਜ਼ਿਆਦਾ ਹਾਈ ਹੁੰਦੀ ਹੈ ਐਜ਼ ਕੰਪੇਅਰ ਟੂ ਜਿਹੜੇ ਡਿਵੈਲਪਡ ਕੰਟਰੀਜ਼ ਨੇ ਜਾਂ ਜਿਹੜੇ ਸਾਡੇ ਇੱਥੇ ਇਹੋ ਜਿਹੇ ਕੰਟਰੀਜ਼ ਹੈ। ਸੋ ਮੈਨੂੰ ਲੱਗਦਾ ਦਿਸ ਇਜ਼ ਵਨ ਆਫ ਦਾ ਮੇਜਰ ਫੈਕਟਰ ਜਿਹੜਾ ਹੈ, ਖਾਸ ਕਰ ਇੰਡੀਆ ਜਾਂ ਥਰਡ ਵਰਲਡ ਕੰਟਰੀ ਜਿਹੜੇ ਹੈ ਨੇ, ਕਿ ਉੱਥੇ ਜਿਹੜਾ ਮਰਡਰ ਰੇਟ ਬਹੁਤ ਜ਼ਿਆਦਾ ਹਾਈ ਹੈ ਔਰ ਉਹਨਾਂ ਨੂੰ ਇਹ ਫਰਕ ਨਹੀਂ ਲੱਗ ਰਿਹਾ ਕਿ ਠੀਕ ਹੈ। ਔਰ ਦੂਸਰੀ ਗੱਲ ਸੁਣੋ ਜੀ, ਹੋਰ ਵੀ ਮੈਂ ਸੋਚਦਾ ਕਿ ਡੈਥਸ ਨੇ ਜਿਹੜੀਆਂ ਹੈ ਨੇ, ਹਾਂਜੀ, ਹੁਣ ਉੱਥੇ ਕਿੰਨੀਆਂ ਜੋ ਡੈਥਸ ਹੈ ਨੇ ਉਹ ਅਨਅਕਾਊਂਟਡ ਹੁੰਦੀਆਂ ਨੇ। ਸੋ ਜੇ ਉਹ ਬਹੁਤ ਸਾਰੀਆਂ ਡੈਥਸ ਨੂੰ ਇਹ ਵੀ ਕਹਿ ਦੇਣ ਵੀ ਇਹ ਕੋਵਿਡ ਕਰਕੇ ਨਹੀਂ ਹੈ ਜਾਂ ਕੋਵਿਡ ਕਰਕੇ ਹੈ, ਉਹ ਬੜਾ ਡਿਫਰੈਂਸ਼ੀਏਟ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਕਿ ਕਿਹੜੀ ਜਿਹੜੀ ਡੈਥ ਹੈ ਉਹ ਕੋਵਿਡ ਕਰਕੇ ਹੋਈ ਹੈ। ਕਿਉਂਕਿ ਹਰ ਸਾਲ ਜਦ ਵੀ ਇਹ ਆਉਂਦੇ ਨੇ, ਫਲੂ ਸ਼ਾਟਸ ਆਪਾਂ ਲੈਂਦੇ ਹਾਂ, ਫਲੂ ਆਉਂਦਾ ਹੈ, ਜ਼ੁਕਾਮ, ਖਾਂਸੀ, ਇਹ ਚੀਜ਼ਾਂ ਆਉਂਦੀਆਂ ਨੇ, ਉਹਦੇ ਕਰਕੇ ਵੀ ਤਕਰੀਬਨ ਘੱਟੋ ਘੱਟ 8 ਲੱਖ ਆਲ ਓਵਰ ਦਾ ਵਰਲਡ ਡੈਥਸ ਹੋ ਜਾਂਦੀਆਂ ਨੇ। ਜੇ ਇਸ ਸਾਲ 1.7 ਆਲ ਓਵਰ ਦਾ ਵਰਲਡ ਡੈਥਸ ਹੋਈਆਂ ਨੇ ਤਾਂ ਉਹਦੇ 'ਚ ਬਹੁਤ ਸਾਰੀਆਂ ਹੋਰ ਵੀ ਡੈਥਸ ਨੂੰ ਜੋੜ ਦਿੱਤਾ ਗਿਆ ਹੋਏਗਾ। ਨੈਚੁਰਲੀ ਹੋ ਸਕਦਾ। ਸੋ ਇਹ ਸਾਰੇ ਫੈਕਟਰਸ, ਹਾਂ, ਜਿੱਦਾਂ ਹੁਣ ਤੁਸੀਂ ਆਹ ਗੱਲ ਕੀਤੀ ਹੈ ਵੀ ਜਿਹੜਾ ਡੈਥਸ ਜੋੜ ਦਿੰਦੇ, ਇਹ ਆਮ ਹੀ ਆਪਾਂ ਨੂੰ ਦੇਖਣ ਸੁਣਨ ਨੂੰ ਮਿਲ ਰਹੀਆਂ ਨੇ ਗੱਲਾਂ ਬਾਹਰ ਵੀ ਇੰਡੀਆ ਤੋਂ ਵੀ ਜਿਹੜੀਆਂ ਜੇ ਨਾਰਮਲ ਡੈਥ ਵੀ ਹੁੰਦੀ ਹੈ ਉਹ ਵੀ ਅੱਜ ਕੱਲ੍ਹ ਉਹਨੂੰ ਕੋਵਿਡ ਦੇ ਨਾਲ ਹੀ ਜੋੜ ਦਿੱਤਾ ਜਾਂਦਾ। ਸੋ ਇੱਥੇ ਵੀ ਇਹ ਜਿਹੜੀਆਂ ਇਹ ਗੱਲਾਂ ਦੇਖਣ ਸੁਣਨ ਨੂੰ ਮਿਲ ਰਹੀਆਂ, ਜਿਹੜੇ ਕਈ ਜਿਹੜੇ ਆਫ ਦੀ ਰੈਕਡ ਗੱਲ ਕਰਦੇ ਨੇ ਜਿਹੜੇ ਹਸਪੀਟਲ ਸਟਾਫ ਦੇ ਵਿੱਚੋਂ, ਵੀ ਇੱਥੇ ਵੀ ਜਿਹੜੀਆਂ ਕਈ ਵਾਰੀ ਜਿਹੜੀਆਂ ਨਾਰਮਲ ਡੈਥਸ ਨੇ, ਹੁਣ ਇਹਨਾਂ ਨੂੰ ਉਹ ਕੋਵਿਡ ਦੇ ਵਿੱਚ ਹੀ ਪਾਈ ਜਾਂਦੇ ਨੇ ਵੀ ਇਹ ਤਾਂ ਕੋਵਿਡ ਨਾਲ ਇਹਦੀ ਡੈਥ ਹੋਈ ਹੈ। ਨਹੀਂ, ਮੈਂ ਇਹ ਨਹੀਂ ਕਹਾਂਗੀ ਕਿ ਪੂਰੀਆਂ ਪਾਈ ਜਾਂਦੇ ਨੇ, ਮਤਲਬ ਠੀਕ ਹੈ, ਕਈ ਵਾਰ ਗਲਤੀ ਹੋ ਜਾਂਦੀ ਹੈ, ਸਿਸਟਮ ਤੁਸੀਂ ਵਿਦਆਊਟ ਫਲॉ ਦਾ ਇੰਟੈਂਸ਼ਨਲੀ ਇਸ ਤਰ੍ਹਾਂ ਦਾ ਕੁਝ ਇੰਟੈਂਸ਼ਨਲੀ ਇਸ ਤਰ੍ਹਾਂ ਦਾ ਨਹੀਂ ਹੁੰਦਾ ਹੈਗਾ। ਬਿਕੋਜ਼ ਸਾਡੇ ਕੋਲ ਜਿਹੜੇ ਡਾਟਾ ਹੁੰਦਾ ਨਾ ਉਹ ਬਹੁਤ ਪ੍ਰਿਸਕ੍ਰਾਈਬਡ ਹੁੰਦਾ, ਸਪੈਸੀਫਿਕ ਹੁੰਦਾ। ਇੰਡੀਆ 'ਚ ਇਹ ਚੀਜ਼ ਦਾ ਜਿਹੜਾ ਡੇਟਾ ਹੁੰਦਾ ਨਾ ਉਹ ਪ੍ਰਿਸਕ੍ਰਾਈਬ ਨਹੀਂ ਹੁੰਦਾ, ਸਪੈਸੀਫਿਕ ਨਹੀਂ ਹੁੰਦਾ ਹੈ, ਇਸ ਕਰਕੇ। ਅੱਛਾ, ਆਪਾਂ ਗੱਲ ਕਰ ਰਹੇ ਹਾਂ ਕਿਉਂਕਿ ਹੁਣ ਪੂਰੀ ਦੁਨੀਆ ਦੇ ਵਿੱਚ ਤਕਰੀਬਨ 76.5 ਮਿਲੀਅਨ ਜਿਹੜੇ ਕੇਸ ਕੋਵਿਡ ਦੇ ਹੋ ਚੁੱਕੇ ਨੇ, 50-55 ਮਿਲੀਅਨ ਤੋਂ ਵੱਧ ਜਿਹੜੇ ਕੇਸ ਜਿਹੜੇ ਰਿਕਵਰ ਵੀ ਹੋ ਚੁੱਕੇ ਨੇ। ਇਸੇ ਤਰ੍ਹਾਂ ਹੀ ਜਿਹੜੇ ਹੁਣ ਕੈਨੇਡਾ ਦੀ ਆਪਾਂ ਗੱਲ ਕਰੀਏ ਤਾਂ 5 ਲੱਖ ਤੋਂ ਉੱਪਰ ਕੇਸ ਹੋ ਚੁੱਕੇ ਨੇ। ਵੱਖ-ਵੱਖ ਸੂਬਿਆਂ ਦੀ ਆਪਾਂ ਗੱਲ ਕਰੀਏ, ਅੰਟੈਰੀਓ ਦੇ ਵਿੱਚ, ਕਿਉਂਕਿ ਆਪਾਂ ਅੰਟੈਰੀਓ ਦੇ ਵਿੱਚ ਰਹਿੰਦੇ ਹਾਂ, ਅਤੇ ਖਾਸ ਕਰਕੇ ਕੁਝ ਜਿਹੜੇ ਸੂਬੇ ਨੇ ਜਿੱਦਾਂ ਅੰਟੈਰੀਓ, ਕਿਊਬੈਕ, BC, ਉੱਥੇ ਜਿਹੜੇ ਕੇਸ ਨੇ ਉਹ ਜ਼ਿਆਦਾ ਨੇ। ਸੋ ਅੰਟੈਰੀਓ ਦੀ ਆਪਾਂ ਗੱਲ ਕਰੀਏ, ਤਕਰੀਬਨ ਹਰ ਦਿਨ ਹੁਣ ਆ ਰਹੇ ਨੇ 2000 ਤੋਂ ਉੱਪਰ। ਹੁਣ ਕੱਲ੍ਹ ਦਾ ਕਿਉਂਕਿ ਦਾ ਦਿਨ ਸੰਡੇ ਦੇ ਜਿਹੜੇ ਕੇਸਿਸ ਆਏ ਨੇ ਉਹ 2316 ਤੋਂ ਉੱਪਰ ਕੇਸ ਆਏ ਨੇ। ਇਸੇ ਤਰ੍ਹਾਂ ਹੀ ਅਲਬਰਟਾ ਦੇ ਵਿੱਚ 2200 ਤੋਂ ਵੱਧ ਕੇਸ ਆਏ ਨੇ, BC ਦੇ ਵਿੱਚ 2200 ਤੋਂ ਵੱਧ ਕੇਸ ਆਏ ਨੇ। ਸਸਕੈਚੁਅਨ ਜਿਹੜੇ ਕਿ ਜਿੱਥੇ ਜਿਹੜੀ ਪੋਪੂਲੇਸ਼ਨ ਘੱਟ ਹੈ, ਸਸਕੈਚੁਅਨ, ਮੈਨੀਟੋਬਾ, ਨੂਨਾਬਟ, ਹੋਰ ਜਿਹੜੇ ਨੇ ਉੱਥੇ ਵੀ 200 ਤੋਂ ਵੱਧ ਹੁਣ ਕੇਸ ਦੇਖਣ ਨੂੰ ਮਿਲ ਰਹੇ ਨੇ। ਸੋ ਇਸੇ ਤਰ੍ਹਾਂ ਜਦੋਂ ਆਪਣੀ ਅੰਟੈਰੀਓ ਦੀ ਜਿਹੜੀ ਗੌਰਮੈਂਟ ਹੈ ਉਹਨਾਂ ਨੇ ਆਪਣੀ ਪ੍ਰੋਜੈਕਸ਼ਨਸ ਪਿਛਲੇ ਦਿਨਾਂ ਦੇ ਵਿੱਚ ਜਾਰੀ ਕੀਤੀਆਂ ਸੀ। ਸੋ ਉਹਨਾਂ ਨੇ ਇਹ ਕਿਹਾ ਸੀਗਾ ਵੀ ਹੋ ਸਕਦਾ ਦਸੰਬਰ ਦੇ ਐਂਡ ਤੱਕ ਇਹ ਜਿਹੜਾ 4-5 ਹਜ਼ਾਰ ਜਾਂ ਜਨਵਰੀ ਦੇ ਵਿੱਚ 4-5 ਹਜ਼ਾਰ ਅੰਕੜਾ ਐਵਰੀ ਡੇ ਪਾਰ ਕਰ ਜਾਵੇ। ਸੋ ਮੇਰੇ ਖਿਆਲ ਉਹਨਾਂ ਨੇ ਇਸ ਹਫ਼ਤੇ ਜਿਹੜੇ ਨਵੇਂ ਪ੍ਰੋਜੈਕਸ਼ਨਸ ਦੇਣੀਆਂ ਨੇ। ਸੋ ਤੁਸੀਂ ਕਿਵੇਂ ਦੇਖਦੇ ਹੋ ਵੀ ਜਿਹੜੀ ਸੈਕੰਡ ਵੇਵ ਪਹਿਲੀ ਵੇਵ ਨਾਲੋਂ ਜ਼ਿਆਦਾ ਸੀਵੀਅਰ ਹੈ? ਬਿਲਕੁਲ, ਜੋ ਦੇਖਣ ਨੂੰ ਆਪਾਂ ਨੂੰ ਇਹੀ ਲੱਗ ਰਿਹਾ ਹੈ ਕਿ ਜਿਹੜੀ ਸੈਕੰਡ ਵੇਵ ਹੈ ਉਹ ਪਹਿਲੀ ਵੇਵ ਨਾਲੋਂ ਜ਼ਿਆਦਾ ਸਟਰੋਂਗ ਹੋ ਕੇ ਆਈ ਹੈ। ਹੁਣ ਉਹਦੇ ਕਰਕੇ ਡਿਲੇ ਆਫ ਦਾ ਵੈਕਸੀਨ, ਸਾਡੀ ਕੈਜੂਅਲ ਬਿਹੇਵੀਅਰ, ਜਾਂ ਆਪਾਂ ਕਹਿ ਦਈਏ ਵੀ ਹੋਰ ਕਈ ਚੀਜ਼ਾਂ, ਉਹਦੇ ਕਈ ਫੈਕਟਰਸ ਨੇ ਜਿਹੜੇ
ਉਹ ਮੈਨੂੰ ਲੱਗਦਾ ਉਹ 'ਚ ਇਫੈਕਟ ਕਰ ਰਹੇ ਨੇ। ਅੱਛਾ ਜੀ। ਪਰ ਮੈਂ ਪਰਸਨਲ ਜਿਹੜਾ ਮੇਰਾ ਇੱਕ ਰਾਏ ਹੈ, ਮੈਂ ਕਦੇ ਵੀ ਨਹੀਂ ਸੋਚਦਾ ਸੀ ਕਿ ਇਹ ਨਵੰਬਰ ਅਕਤੂਬਰ ਤੋਂ ਬਾਅਦ ਜੋ ਸਾਨੂੰ ਇਹ ਆંકੜੇ ਦੇਖਣ ਨੂੰ ਮਿਲ ਰਹੇ ਨੇ ਉਹ ਆંકੜੇ ਦੇਖਣ ਨੂੰ ਮਿਲਣਗੇ। ਸੋ ਕਿਤੇ ਨਾ ਕਿਤੇ ਇਸ ਚੀਜ਼ ਨੂੰ ਹਜੇ ਅਸੀਂ, ਮੈਂ ਦੁਬਾਰਾ ਗੱਲ ਰਿਪੀਟ ਕਰ ਰਿਹਾ ਕਿ ਅਸੀਂ ਤਾਂ ਹੀ, ਸਾਡੀਆਂ ਸਰਕਾਰਾਂ ਵੀ ਜਾਂ ਸਾਡਾ ਮੈਡੀਕਲ ਸਿਸਟਮ ਵੀ ਹਜੇ ਇਹਨੂੰ ਇਵੈਲੂਏਟ ਨਹੀਂ ਸਹੀ ਤਰੀਕੇ ਨਾਲ ਕਰ ਪਾ ਰਿਹਾ। ਚਾਹੇ ਉਹ ਆਪਾਂ ਨੂੰ ਕਦੇ ਕੰਕਰੀਟ ਡੈਡਲਾਈਨ ਨਹੀਂ ਦਿੰਦੇ ਕਿਸੇ ਚੀਜ਼ ਦੀ ਕਿ ਕਿਹੜਾ ਜਿਹੜਾ ਵੈਕਸੀਨ ਹੋਏਗਾ ਉਹ ਜ਼ਿਆਦਾ ਇਫੈਕਟਿਵ ਹੋਏਗਾ, ਵੈਕਸੀਨ ਕਿਹੜਾ, ਜਿਵੇਂ ਮਾਡਰਨਾ ਦਾ ਜਿਹੜਾ ਨਵਾਂ ਆ ਰਿਹਾ ਜਾਂ ਫਾਈਜ਼ਰ ਦਾ ਜਿਹੜੇ ਆਏ ਨੇ ਆਲਰੇਡੀ, ਜਿਹੜਾ ਅਪਰੂਵ ਹੋ ਚੁੱਕਿਆ ਕੈਨੇਡਾ ਜਾਂ ਵਰਲਡ ਵਾਈਡ ਅਪਰੂਵ ਹੋ ਚੁੱਕਿਆ ਹੈ, ਜੇ ਮਾਡਰਨਾ ਨੂੰ ਹਜੇ ਅਪਰੂਵ ਕਰ ਨਹੀਂ ਰਹੇ ਹਜੇ ਤੱਕ ਉਹ। ਸੋ ਇਹ ਸਾਰੀਆਂ ਚੀਜ਼ਾਂ ਨੂੰ ਕਦੇ ਵੀ ਉਹ ਡੈਡਲਾਈਨ ਕੰਕਰੀਟ ਜਵਾਬ ਨਹੀਂ ਇਸ ਕਰਕੇ ਦਿੰਦੇ ਬਿਕੋਜ਼ ਉਹਨੂੰ ਖੁਦ ਵੀ ਹਜੇ ਉਹ ਡੋਲ ਡਰਮਸ ਵਿੱਚ ਹੈ ਨੇ। ਸ਼ਾਇਦ ਉਹ ਉਹਨੂੰ ਜੋ ਅੱਜ ਉਹ ਗੱਲ ਕਹਿ ਜਾਣਗੇ, ਜੇ ਉਹ ਤੇ ਨਾ ਖੜੇ ਹੋਏ, ਨਾ ਉਸ ਦੀ ਡੈਡਲਾਈਨ ਨੂੰ ਮੀਟ ਕਰ ਪਾਏ, ਤਾਂ ਉਹ ਫਿਰ ਉਹ ਮੁਸ਼ਕਲ ਹੋ ਜਾਏਗਾ ਉਸ ਚੀਜ਼ ਦਾ। ਠੀਕ ਹੈ, ਤੁਸੀਂ ਦੇਖ ਰਹੇ ਹੋ ਸਟਾਰ ਟਾਕ। ਅੱਜ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਹਰਕੀਰਤ ਜੀ, ਤੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ ਕੋਵਿਡ ਦੇ ਸੰਬੰਧ ਦੇ ਵਿੱਚ ਵੀ ਕੋਵਿਡ ਪੂਰੀ ਦੁਨੀਆ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਰਿਹਾ। ਸੋ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਾਂਗੇ ਤੇ ਗੱਲ ਕਰਾਂਗੇ ਵੈਕਸੀਨ ਕਿਹੜੇ ਦੇਸ਼ਾਂ ਦੇ ਵਿੱਚ ਕਿਹੜੀਆਂ ਕੰਪਨੀਆਂ ਨੇ ਜਿਹੜੀ ਵੈਕਸੀਨ ਤਿਆਰ ਕਰ ਲਈ ਹੈ। ਸੋ ਕਿਹਨਾਂ ਦੇਸ਼ਾਂ ਦੇ ਵਿੱਚ ਵੈਕਸੀਨ ਹੁਣ ਲੱਗਣੀ ਸ਼ੁਰੂ ਹੋ ਗਈ ਹੈ। ਸੋ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰਭਾਵ ਪੈਣਗੇ, ਕਦੋਂ ਤੱਕ ਇਹ ਵੈਕਸੀਨ ਪੂਰੇ, ਜੇ ਕੈਨੇਡਾ ਦੀ ਗੱਲ ਕਰੀਏ ਉਦੋਂ ਤੱਕ ਸਾਰਿਆਂ ਨੂੰ ਇਹ ਲੱਗ ਸਕਦੀ ਹੈ। ਸੋ ਇੱਕ ਬ੍ਰੇਕ, ਉਸ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ ਤੇ ਅੱਜ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ ਹਰਕੀਰਤ ਜੀ, ਤੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਕੋਵਿਡ ਸੰਬੰਧੀ। ਤੇ ਜਿਵੇਂ ਕਿ ਬ੍ਰੇਕ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਕਿਵੇਂ ਕੋਵਿਡ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਤੇ ਹੁਣ ਥੋੜ੍ਹੀ ਜਿਹੀ ਗੱਲ ਕਰਾਂਗੇ ਵੈਕਸੀਨ ਦੀ। ਤੇ ਗੱਲ ਆਪਾਂ ਸ਼ੁਰੂ ਕਰਦੇ ਹੁਣ ਜਿਹੜੀ ਦੂਸਰੀ ਸਟ੍ਰੇਨ ਸ਼ੁਰੂ ਹੋ ਗਈ ਹੈ ਕਿ ਆ ਹੁਣੇ ਤਾਜ਼ਾ ਘਟਨਾ ਇੱਕ ਅੱਧੇ ਦਿਨ ਦੇ ਵਿੱਚ ਆਈ ਹੈ ਜਿਹੜੀ ਕਿ ਇੰਗਲੈਂਡ ਦੇ ਵਿੱਚ ਜਿਹੜੀ ਇੱਕ ਹੋਰ ਨਵੀਂ ਸਟ੍ਰੇਨ ਦੀ ਸ਼ੁਰੂ ਹੋ ਗਈ ਹੈ, ਤੇ ਜਿਹਦੀ ਕਿ ਉੱਥੇ ਦੀ ਜਿਹੜੀ ਸਰਕਾਰ ਨੇ ਵੀ ਪੁਸ਼ਟੀ ਕੀਤੀ ਹੈ। ਤੇ ਕੈਨੇਡਾ ਨੇ ਉਸ ਤੋਂ ਬਾਅਦ ਜਿਹੜੀਆਂ ਆਪਣੀਆਂ ਇੰਟਰਨੈਸ਼ਨਲ ਫਲਾਈਟਸ ਨੇ ਉਹ ਸਾਰੀਆਂ ਸਸਪੈਂਡ ਕਰ ਦਿੱਤੀਆਂ ਨੇ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਦੇਸ਼ ਨੇ ਜਿਨ੍ਹਾਂ ਨੇ ਇੰਗਲੈਂਡ ਨੂੰ ਜਾਂਦੀਆਂ ਆਪਣੀ ਇੰਟਰਨੈਸ਼ਨਲ ਫਲਾਈਟਸ ਉਹ ਸਾਰੀਆਂ ਸਸਪੈਂਡ ਕਰਤੀਆਂ, ਜਿਵੇਂ ਨੀਦਰਲੈਂਡ ਹੋਇਆ, ਬੈਲਜੀਅਮ ਤੇ ਹੋਰ ਬਹੁਤ ਸਾਰੇ ਕੰਟਰੀਜ਼ ਨੇ। ਤੇ ਇਸੇ ਤਰ੍ਹਾਂ ਹੀ ਜਿਹੜਾ ਸਾਊਦੀ ਅਰਬ ਹੈ ਉਹਨੇ ਜਿੰਨੀਆਂ ਵੀ ਬਾਹਰਲੀਆਂ ਇੰਟਰਨੈਸ਼ਨਲ ਫਲਾਈਟਸ ਉਹ ਸਾਰੀਆਂ ਹੀ ਰੱਦ ਕਰ ਦਿੱਤੀਆਂ। ਅੱਛਾ ਹਰਕੀਰਤ ਜੀ, ਆਪਾਂ ਇੱਥੋਂ ਸ਼ੁਰੂ ਕਰਦੇ। ਹੁਣ ਜਿਹੜੀ ਦੂਸਰੀ ਸਟ੍ਰੇਨ ਇਹ ਆਈ ਹੈ ਤੇ ਉਹ ਕਹਿ ਰਹੇ ਕਾਫੀ ਪਹਿਲੀ ਨਾਲੋਂ ਕਾਫੀ ਘਾਤਕ ਹੈ, ਇਹਦੇ ਬਾਰੇ ਤੁਸੀਂ ਕੁਝ ਆਪਣੇ ਵਿਚਾਰ ਦਿਓ। ਸ਼ਾਇਦ ਆਪਾਂ ਜਦ ਅੱਜ ਤੋਂ 6 ਮਹੀਨੇ ਪਹਿਲਾਂ ਇਹ ਗੱਲ ਕੀਤੀ ਸੀ, ਹਾਂਜੀ, ਕਿ ਦੇਰ ਵਿਲ ਬੀ ਲੋਟ ਆਫ ਸਟ੍ਰੇਨਸ, ਕਿਉਂਕਿ ਜਿਹੜਾ ਵਾਇਰਸ ਹੁੰਦਾ ਉਹਨੂੰ ਖੁਦ ਇਸ ਚੀਜ਼ ਦੀ ਹੁੰਦੀ ਹੈ ਕਿ ਉਹ ਆਪਣੇ ਆਪ ਨੂੰ ਮੋਡੀਫਾਈ ਕਰ ਲੈਂਦਾ। ਹੁਣ ਉਹ ਕਿੰਨਾ ਡੈਡਲੀ ਹੈ ਜਾਂ ਉਹ ਪਹਿਲਾਂ ਨਾਲੋਂ ਲੀਨੀਅੰਟ ਹੈ, ਮਤਲਬ ਘੱਟ ਘਾਤਕ ਹੈ, ਤਾਂ ਇਹ ਦੇਖਣ ਦੀ ਗੱਲ ਬਣਦੀ ਹੈ। ਕਿਉਂਕਿ ਮੈਂ 2 ਰਿਪੋਰਟਸ ਅਲੱਗ-ਅਲੱਗ ਪੜ੍ਹੀਆਂ ਨੇ। ਅੱਛਾ ਜੀ। ਇੱਕ ਡਾਕਟਰ ਦੀ ਰਿਪੋਰਟ ਕਹਿ ਰਹੀ ਹੈ ਕਿ ਇਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਡੈਡਲੀ ਹੈ, ਸੀਰੀਅਸ ਹੈ, ਮੋਰ ਇਫੈਕਟਿਵ ਹੈ, ਮੋਰ ਡੇਂਜਰਸ ਹੈ। ਲੇਕਿਨ ਦੂਸਰੀ ਇੱਕ ਰਿਪੋਰਟ ਮੈਂ ਪੜ੍ਹੀ ਜਿਹੜਾ ਕਹਿ ਰਿਹਾ ਕਿ ਇਹ ਪਹਿਲਾਂ ਅਲੱਗ ਜ਼ਰੂਰ ਹੈ, ਮੋਡੀਫਾਈਡ ਹੈ, ਡਿਫਰੈਂਟ ਸਟ੍ਰੇਨ ਹੈ, ਲੇਕਿਨ ਪਹਿਲਾਂ ਜਿੰਨੀ ਘਾਤਕ ਨਹੀਂ ਹੈਗੀ ਹੈ। ਅੱਛਾ ਜੀ। ਇਟ ਇਜ਼ ਪਹਿਲਾਂ ਨਾਲੋਂ ਥੋੜ੍ਹੀ ਜਿਹੀ, ਕਿਉਂਕਿ ਜਿਹੜੀ ਇੰਗਲੈਂਡ ਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਉੱਥੇ ਦੀ ਜਿਹੜੀ ਸਰਕਾਰ ਨੇ ਵੀ ਇਹਨੂੰ ਕਿਹਾ ਵੀ ਇਹ ਤਕਰੀਬਨ ਜਿਹੜੀ ਪਹਿਲੀ ਸਟ੍ਰੇਨ ਨਾਲੋਂ 75% ਜ਼ਿਆਦਾ ਇਹ ਕੰਟੇਜੀਅਸ ਹੈ। ਨਹੀਂ, ਮਤਲਬ ਕਿ ਮੈਂ ਉਹੀ ਕਹਿ ਰਿਹਾ ਕਿ ਅਲੱਗ-ਅਲੱਗ 2 ਰਿਪੋਰਟਸ ਨੇ। ਹੁਣ ਇਹ ਰਿਪੋਰਟਸ ਕਿਹੜੀ ਸਹੀ ਹੈ ਇਹ ਆਪਾਂ ਨੂੰ ਸਮੇਂ ਦੇ ਨਾਲ ਆਉਣ ਵਾਲੇ ਸਮੇਂ ਦੇ ਪਤਾ ਲੱਗੇ। ਬਿਲਕੁਲ। ਲੇਕਿਨ ਪ੍ਰੀਕਾਸ਼ਨਰੀ ਸਾਰੇ ਕੰਟਰੀਜ਼ ਨੇ ਜਿਹੜੇ ਹੈ ਨੇ ਉਹਨਾਂ ਨੇ ਇਹ ਚੀਜ਼ ਕਰ ਦਿੱਤੀ ਹੈ ਕਿ ਜਿਵੇਂ ਕੈਨੇਡਾ ਨੇ, ਬਾਕੀ ਜਿਵੇਂ ਤੁਸੀਂ ਜਿਹੜੇ ਨਾਂ ਲਏ ਨੇ, ਖਾਸ ਕਰ ਵਿਦਨ ਯੂਰਪ ਜਿਹੜੇ ਕੰਟਰੀ ਹੈ ਨੇ, ਉਹਨਾਂ ਨੇ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਨੇ ਉਹ ਰੱਦ ਕਰ ਦਿੱਤੀਆਂ ਨੇ। ਹੁਣ ਦੇਖੋ ਗੱਲ ਇਹ ਹੈ ਸਮਝ ਜੀ ਕਿ ਆਪਾਂ ਇਹ ਕਹੀਏ ਕਿ ਯੂਕੇ ਦੇ ਵਿੱਚ ਨਵੀਂ ਸਟ੍ਰੇਨ ਆਈ ਹੈ, ਇਸ ਤਰ੍ਹਾਂ ਨਹੀਂ ਹੋਏਗਾ। ਜੇ ਉੱਥੇ ਮੋਡੀਫਾਈ ਹੋਇਆ ਜਾਂ ਬਾਹਰੋਂ ਸਟ੍ਰੇਨ, ਤਾਂ ਇਹ ਤਾਂ ਨਹੀਂ ਕਿ ਬਾਹਰੋਂ ਆਈ ਹੈ। ਜਿਹੜੇ ਉੱਥੇ ਹੈ ਸੀ ਵਾਇਰਸ ਉਹਨੂੰ ਹੀ ਉਹ ਖੁਦ ਹੀ ਉਹਨੂੰ ਮੋਡੀਫਾਈ ਆਪਣੇ ਆਪ ਨੂੰ ਕੀਤਾ ਹੋਵੇਗਾ। ਹਾਂਜੀ। ਹੁਣ ਜਿਹੜੇ ਇੱਥੇ ਇੱਕ ਹੋਰ ਗੱਲ ਨਾਲ ਸਾਹਮਣੇ ਆਉਂਦੀ ਹੈ ਕਿ ਜਦ ਮੈਂ ਇਹ ਗੱਲ ਪਹਿਲਾਂ ਵੀ ਸ਼ਾਇਦ ਕਰ ਚੁੱਕੇ ਹਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਿ ਜਦ ਜਿਹੜਾ ਵੈਕਸੀਨ ਬਣੇਗਾ, ਹੁਣ ਕੀ ਉਹੀ ਵੈਕਸੀਨ ਜਿਹੜਾ ਬਣਿਆ ਗਿਆ ਹੋਏਗਾ ਕਿ ਉਹ ਇਸ ਸਟ੍ਰੇਨ ਦੇ ਉੱਪਰ ਵੀ ਇਫੈਕਟਿਵ ਹੋਏਗਾ, ਨਹੀਂ ਹੋਏਗਾ। ਇਹ ਵੀ ਇੱਕ ਦੇਖਣ ਵਾਲੀ ਗੱਲ ਹੈ। ਹਾਂਜੀ। ਕਿਉਂਕਿ ਜੇ ਉਹ ਚੀਜ਼ ਇਫੈਕਟਿਵ ਨਹੀਂ ਹੁੰਦੀ ਹੈਗੀ, ਇਹ ਵੈਕਸੀਨ ਨਹੀਂ ਇਫੈਕਟਿਵ ਹੁੰਦਾ ਇਸ ਵਾਲੀ ਸਟ੍ਰੇਨ ਦੇ ਉੱਪਰ, ਤਾਂ ਫਿਰ ਇਹ ਕੀ ਭਰੋਸਾ ਹੈ ਕਿ ਉਹ ਬਾਕੀ ਸਟ੍ਰੇਨ ਦੇ ਉੱਪਰ ਵੀ ਇਫੈਕਟ ਹੋਏਗਾ। ਕਿਉਂਕਿ ਜਿਹੜੀਆਂ ਹੁਣ ਤੱਕ ਜਿਹੜੀਆਂ ਖਬਰਾਂ ਬਾਹਰ ਆਈਆਂ ਨੇ ਹਕੀਕਤ ਜੀ, ਉਹ ਇਹ ਕਿਹਾ ਜਾ ਰਿਹਾ ਵੀ ਜਿਹੜੀ ਇਹ ਦੂਸਰੀ ਸਟ੍ਰੇਨ ਹੈ ਇਹ ਭਾਵੇਂ ਕਿ ਹੁਣ ਇਹਦੀ ਪੁਸ਼ਟੀ ਹੁਣ ਹੋਈ ਹੈ ਦਸੰਬਰ ਦੇ ਵਿੱਚ ਜਾ ਕੇ, ਪਰ ਜਿਹੜੀ ਇਹਦੇ ਜਿਹੜੇ ਲੱਛਣ ਦਿਸਣ ਲੱਗ ਪਏ ਸੀਗੇ ਇਸੇ ਸਾਲ ਸਤੰਬਰ ਦੇ ਵਿੱਚ,
ਤੇ ਦੂਸਰਾ ਇਹ ਕਿਹਾ ਜਾ ਰਿਹਾ ਵੀ ਜਿਹੜੀ ਹੁਣ ਤੱਕ ਵੈਕਸੀਨਸ ਆਈਆਂ ਨੇ ਵੀ ਉਹ ਲੱਗਦਾ ਵੀ ਇਹਦੇ ਤੇ ਵੀ ਇਫੈਕਟਿਵ ਹੋਣਗੀਆਂ, ਪਰ ਉਹ ਜਿਵੇਂ ਤੁਸੀਂ ਕਿਹਾ ਵੀ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ ਵੀ ਇਹਦੇ ਤੇ ਇਫੈਕਟਿਵ ਹੈ ਕਿ ਨਹੀਂ ਹੋਣਗੀਆਂ। ਬਿਲਕੁਲ, ਸ਼ਾਇਦ ਮੈਨੂੰ ਕਿਤੇ ਨਾ ਕਿਤੇ ਇਹ ਵੀ ਲੱਗਦਾ ਕਿ ਜਿਹੜੀਆਂ ਕੰਪਨੀਜ਼ ਵੈਕਸੀਨ ਪ੍ਰੋਡਿਊਸ ਕਰ ਰਹੀਆਂ ਨੇ, ਜਿਨ੍ਹਾਂ ਨੇ ਰਿਸਰਚ ਕੀਤੀ ਹੈ, ਉਹ ਵੇਟ ਕਰ ਰਹੇ ਹੋਣਗੇ ਕਿ ਅਸੀਂ ਬ੍ਰੌਡ ਸਪੈਕਟਰਮ ਵਾਲਾ ਵੈਕਸੀਨ ਤਿਆਰ ਕਰੀਏ। ਜਿੰਨੇ ਕਿ ਜਦ ਸਟਾਰਟਿੰਗ ਵਿੱਚ ਆਪਾਂ ਗੱਲ ਕੀਤੀ ਸੀ, ਸ਼ਾਇਦ ਕਹਿੰਦੇ ਸੀ ਕਿ 30 ਸਟ੍ਰੇਨਸ ਹੈ ਨੇ ਉਸ ਚੀਜ਼ ਦੀਆਂ, ਹੋ ਸਕਦੀਆਂ ਨੇ ਇਸ ਵਾਇਰਸ ਦੀਆਂ। ਠੀਕ ਹੈ, ਹੁਣ ਇਹ ਨਹੀਂ ਕਿ 30 ਤੇ ਉਹ ਉਸ ਚੀਜ਼ ਨੂੰ ਇਫੈਕਟਿਵ ਹੋਏਗੀ। ਸੋ ਵੈਕਸੀਨ ਡਿਵੈਲਪ ਕਰਨ ਵਿੱਚ ਵੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਦੇਖਿਆ ਜ਼ਰੂਰ ਜਾਂਦਾ ਹੋਵੇਗਾ। ਹਰਕਿਰਤ ਜੀ, ਮੈਂ ਤੁਹਾਨੂੰ ਇਹ ਗੱਲ ਪੁੱਛਣੀ ਚਾਹੁੰਦਾ ਸੀ, ਜਿਵੇਂ ਹੁਣ ਤੁਸੀਂ ਕਿਹਾ ਵੀ ਜਿਹੜੀ ਵੈਕਸੀਨ ਹੈ ਜ਼ਰੂਰੀ ਹੈ ਕਿ ਸਾਰੀਆਂ ਸਟ੍ਰੇਨਸ ਤੇ ਹੋਵੇ। ਹੁਣ ਜਿਵੇਂ ਵੱਖ-ਵੱਖ ਦੇਸ਼ਾਂ ਨੇ ਇਹ ਵੈਕਸੀਨ ਤਿਆਰ ਕੀਤੀ ਹੈ, ਤੇ ਇਹ ਵੀ ਹੋ ਸਕਦਾ ਵੀ ਵੱਖ-ਵੱਖ ਦੇਸ਼ਾਂ ਨੇ ਵੱਖ-ਵੱਖ ਸਟ੍ਰੇਨ ਤੇ ਵੈਕਸੀਨ ਤਿਆਰ ਕੀਤੀ ਹੋਵੇ? ਨਹੀਂ, ਸਟ੍ਰੇਨ ਸੇਮ ਹੀ ਹੋਊਗੀ। ਕਿਉਂਕਿ ਗੱਲ ਇਹ ਹੈ ਕਿ ਹੁਣ ਸਪੋਜ਼ ਕਰੋ US ਵਿੱਚ ਕੋਈ ਸਾਇੰਟਿਸਟ ਕੰਮ ਕਰ ਰਹੇ ਨੇ, ਫਾਰਮਾਸਿਊਟੀਕਲ ਕੰਪਨੀਆਂ ਕੰਮ ਕਰ ਰਹੀਆਂ ਨੇ, ਜੋ ਉਹਨਾਂ ਕੋਲ ਅਵੇਲੇਬਲ ਡੇਟਾ ਹੋਏਗਾ ਉਹ ਤੇ ਹੀ ਕੰਮ ਕਰਨਗੇ। ਮੈਂ ਉਹੀ ਗੱਲ ਕਹਿ ਰਿਹਾ ਨਾ ਵੀ ਹੋ ਸਕਦਾ ਜਿਹੜੀ ਅਮਰੀਕਾ ਦੇ ਵਿੱਚ ਜਿਹੜੀ ਸਟ੍ਰੇਨ ਤੇ ਉਹ ਕੰਮ ਕਰ ਰਹੇ ਉਹ ਡਿਫਰੈਂਟ ਹੋਵੇ, ਜਿਹੜੀ ਜਰਮਨੀ 'ਚ ਸਟ੍ਰੇਨ ਹੋਵੇ ਉਹ ਜਿੱਥੇ ਉਹਨਾਂ ਨੇ ਕੰਮ ਕੀਤਾ ਹੋਵੇ ਡਿਫਰੈਂਟ ਹੋਵੇ। ਪਰ ਉਹਦੇ 'ਚ ਇਸੇ ਤਰ੍ਹਾਂ ਹੀ ਮਾਫ ਕਰਨਾ, ਇਸੇ ਤਰ੍ਹਾਂ ਹੀ ਰਸ਼ੀਆ ਜਾਂ ਚੀਨ ਦੇ ਵਿੱਚ ਉਹਨਾਂ ਨੇ ਆਪਣੀ ਵੈਕਸੀਨ ਤਿਆਰ ਕੀਤੀ, ਉਹਨਾਂ ਦੀ ਸਟ੍ਰੇਨ ਡਿਫਰੈਂਟ ਹੋਵੇ। ਹੋ ਸਕਦਾ ਉਹਨਾਂ ਨੇ ਇਹ ਨਾ ਕੀਤਾ ਹੋਵੇ ਜਾਂ ਦੂਰ ਕੀਤਾ ਹੋਵੇਗਾ ਕਿ ਉਹਨਾਂ ਨੇ ਜਦੋਂ ਵੈਕਸੀਨ ਤਿਆਰ ਕੀਤਾ ਤਾਂ ਉਹਨਾਂ ਡਿਫਰੈਂਟ ਸਟ੍ਰੇਨਸ ਦੇ ਉੱਪਰ ਡਿਫਰੈਂਟ ਜਿਹੜੇ ਇਨਫੈਕਟਡ ਪੀਪਲ ਨੇ ਉਹਨਾਂ ਦੇ ਉੱਪਰ ਉਹਨਾਂ ਨੂੰ ਪਹਿਲਾਂ ਉਹਦਾ ਟ੍ਰਾਇਲ ਕੀਤਾ। ਠੀਕ ਹੈ, ਟ੍ਰਾਇਲ ਕਰਨ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਮੈਕਸਿਮਮ ਜੇ ਅਸੀਂ 100 ਪੀਪਲ 'ਤੇ ਟਰਾਈ ਕੀਤਾ ਹੈ ਤਾਂ ਉਹ ਚੋਂ 70 to 80% ਉਸ ਚੀਜ਼ ਇਫੈਕਟਿਵ ਹੋਣਾ ਚਾਹੀਦਾ, ਤਦ ਹੀ ਉਹ ਚੀਜ਼ ਨੂੰ ਲਾਂਚ ਕਰਨਗੇ, ਉਸ ਚੀਜ਼ ਨੂੰ FDA US FDA ਜਿਹੜੀ ਉਹ ਮਾਨਤਾ ਦਿੰਦੀ ਹੈ। ਸੋ ਇਸ ਤਰ੍ਹਾਂ ਨਹੀਂ ਹੋਏਗਾ ਕਿ ਉਹ ਬਿਲਕੁਲ ਡਿਫਰੈਂਟ ਹੋਏਗਾ, ਬਿਲਕੁਲ ਉਸ 'ਤੇ ਕੰਮ ਨਹੀਂ ਕਰੇਗਾ, ਕਿਉਂਕਿ ਅਸੀਂ ਕੋਲ ਜਿਹੜੀ ਬੇਸਿਕਲੀ ਜੋ ਉਹਦਾ ਸਿਸਟਮ ਹੈ, ਬੇਸਿਕਲੀ ਜੋ ਉਹਦੀ ਬਣਤ ਹੈ, ਪ੍ਰੋਟੀਨ ਹੈ ਜਾਂ ਉਹਦੇ ਹਾਂ ਜੀ, ਜੋ ਉਹ ਸੇਮ ਹੈ, ਉਹਦੀ ਜੇ ਸਿੰਥੈਟਿਕ ਜੋ ਸਿੰਥੇਸਿਸ ਦਾ ਸਿਸਟਮ ਹੈ ਉਹ ਸਾਰਾ ਸੇਮ ਹੈ। ਪਰ ਉਹ ਕਿਵੇਂ ਕੰਮ ਕਰਦਾ, ਆਪਣੀ ਬਾਡੀ ਤੇ ਕੀ ਅਸਰ ਕਰਦਾ, ਇਹ ਸਾਰਾ ਦੇਖਣ ਤੋਂ ਬਾਅਦ ਤਦੇ ਇਹ ਟਾਈਮ ਲੱਗਿਆ ਕਿ ਇਹਨੂੰ 6 ਮਹੀਨੇ ਜਾਂ 8 ਮਹੀਨੇ ਲੱਗ ਗਏ ਨੇ ਇਸ ਚੀਜ਼ ਨੂੰ ਬਿਲਕੁਲ ਕਿ ਉਹ ਡਿਵੈਲਪ ਕਰਦੇ। ਅੱਜ ਅਸੀਂ ਉਹਨੂੰ ਹਜੇ ਵੀ ਅਸੀਂ ਉਹਨੂੰ ਮਾਨਤਾ ਪ੍ਰਾਪਤ ਕਰਨ ਵਿੱਚ ਥੋੜਾ ਮੁਸ਼ਕਿਲ ਹੋ ਰਿਹਾ। ਪਰ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਇਸ ਕੋਵਿਡ ਦੀ ਵੈਕਸੀਨ ਹੈ ਪਿਛਲੀਆਂ ਵੈਕਸੀਨ ਤੋਂ ਬਹੁਤ ਘੱਟ ਸਮੇਂ ਦੇ ਵਿੱਚ ਤਿਆਰ ਕਰ ਲਈ ਗਈ ਹੈ। ਉਹ ਇਸ ਕਰਕੇ ਤਿਆਰ ਕਰ ਲਈ ਗਈ ਹੈ, ਉਹ ਇੱਕ ਬਹੁਤ ਸਿੰਪਲ ਆਨਸਰ ਇਹ ਹੈ ਕਿ ਆਲਰੇਡੀ ਇਹ ਸਾਰਾ ਸਿਸਟਮ ਜੋ ਹੈ, ਸਾਰੇ ਵੈਕਸੀਨ ਫਲੂ ਦੀ ਵੈਕਸੀਨ ਜੋ ਹੈ ਸੀ ਉਹ ਸਾਡੇ ਕੋਲ ਅਵੇਲੇਬਲ ਹੈ। ਅਸੀਂ ਉਹਨੂੰ ਸਿੰਥੈਟਿਕਲੀ ਮੋਡੀਫਾਈ ਕਰਨਾ, ਕੋਈ ਨਵੇਂ ਸਿਰੇ ਤੋਂ ਨਹੀਂ ਬਣਾਉਣਾ ਹੈ, ਸ਼ੁਰੂ ਤੋਂ ਨਹੀਂ ਸੀ ਬਣਾਈ। ਬਿਲਕੁਲ ਬਿਲਕੁਲ, ਉਹਨਾਂ ਨੇ ਇਹ ਦੇਖਿਆ ਇੱਕ ਫਲੂ ਹੈ, ਇਹ ਵੀ ਇੱਕ ਫਲੂ ਟਾਈਪ ਦਾ ਫਲੂ ਹੈ, ਇਹਦੇ ਫਲੂ ਦੇ ਜਿਹੜੇ ਸਿੰਪਟਮਸ ਨੇ ਉਹ ਕਿੱਥੇ ਕਿਸ ਚੀਜ਼ ਤੇ ਜਾ ਕੇ ਅਸਰ ਕਰਦਾ, ਇਹ ਲੰਗਸ ਤੇ ਜਾ ਕੇ ਪੈਰੀਫਰੀ ਤੇ ਅਸਰ ਕਰਦਾ ਹੈ ਜਿਹੜਾ ਵਾਇਰਸ ਹੈ। ਸੋ ਸਾਨੂੰ ਉਸ ਚੀਜ਼ ਦੇ ਪਹਿਲਾਂ ਫਲੂ ਜਿਹੜੀ ਵੈਕਸੀਨ ਅਵੇਲੇਬਲ ਹੈ ਸੀ, ਫਲੂ ਸ਼ਾਟ ਅਵੇਲੇਬਲ ਸੀ, ਅਸੀਂ ਉਹਨੂੰ ਮੋਡੀਫਾਈ ਕਰਕੇ ਇਹ ਦੇਖਣਾ ਸੀ ਅਸੀਂ ਇਹਨੂੰ ਕਿੱਦਾਂ ਉਸ ਚੀਜ਼ ਤੇ ਜ਼ਿਆਦਾ ਇਫੈਕਟ ਬਣਾਈਏ ਜਿਸ ਚੀਜ਼ ਤੇ ਜਿਹੜਾ ਵਾਇਰਸ ਹੈ ਉਹ ਜ਼ਿਆਦਾ ਅਸਰ ਕਰਦਾ। ਸੋ ਤਦੇ ਹੀ ਜੋ ਇਹਦਾ ਜੋ ਟਾਈਮ ਲੱਗਿਆ ਹੈ ਇਹਨੂੰ ਡਿਵੈਲਪ ਕਰਨ ਦਾ ਉਹ ਘੱਟ ਲੱਗਿਆ ਇਸ ਕਰਕੇ। ਅੱਛਾ, ਇੱਕ ਇਹ ਵੀ ਗੱਲ ਆ ਰਹੀ ਹੈ ਵੀ ਜਿਹੜੀ ਇਹ ਵੈਕਸੀਨ ਹੈ ਦੂਸਰੀ ਪਹਿਲੀਆਂ ਜਦੋਂ ਵੈਕਸੀਨ ਤਿਆਰ ਕੀਤੀ ਉਹਦੀ ਟ੍ਰੈਡੀਸ਼ਨਲ ਮੈਥਡ ਤੋਂ ਥੋੜਾ ਡਿਫਰੈਂਟ ਤਰੀਕੇ ਦੇ ਨਾਲ ਇਹ ਵੈਕਸੀਨ ਤਿਆਰ ਕੀਤੀ ਹੈ। ਹਾਂਜੀ, ਇਹ 'ਚ ਕਿਹੜਾ ਮੈਥਡ ਯੂਜ਼ ਕੀਤਾ? ਦੇਖੋ ਜੀ, ਇਹ ਗੱਲ ਇਹ ਕਿ ਜਿਹੜਾ ਇਹਦੀ ਆਮ ਕਰਕੇ ਯੂਜ਼ ਹੁੰਦਾ ਜਦ ਵੀ ਆਪਾਂ ਕੋਈ ਵਾਇਰਸ ਤੇ ਕੰਮ ਕਰਦੇ ਹਾਂ, ਵੈਕਸੀਨ ਬਣਦਾ ਹੈ, ਤਾਂ ਜਦ ਵੈਕਸੀਨ ਦੇ ਜਿਹੜੇ ਡੈਡ ਬਾਡੀਜ਼ ਹੁੰਦੀਆਂ ਨੇ, ਇਹ ਵੈਕਸੀਨ ਦੀ ਜਿਹੜੀ ਪਾਰਟ ਆਫ ਸਨਿਪਟਸ ਹੁੰਦੇ ਨੇ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ ਕਿ ਆਪਣੇ ਇਮਿਊਨ ਸਿਸਟਮ ਤੇ ਜਾਣ ਤੇ ਜਾ ਕੇ ਐਂਟੀਬਾਡੀਜ਼ ਨੂੰ ਉਹ ਪ੍ਰੋਡਿਊਸ ਕਰਨ, ਜਿਹੜੀ ਕਿ ਐਂਟੀਬਾਡੀਜ਼ ਹੁੰਦੀਆਂ ਨੇ ਉਹ ਵਾਇਰਸ ਦੇ ਖਿਲਾਫ ਲੜਦੀਆਂ ਨੇ। ਸੋ ਦੇਖਿਆ ਜਾਵੇ ਜਿਹੜੀ ਐਂਟੀਬਾਡੀਜ਼ ਹੁੰਦੀਆਂ ਨੇ ਉਹ ਇਜ਼ ਅ ਪਾਰਟ ਆਫ ਦੈਟ ਪਾਰਟਿਕੂਲਰ ਵਾਇਰਸ। ਲੇਕਿਨ ਇਹਦੇ 'ਚ ਕੀ ਕੀਤਾ ਗਿਆ, ਇਹਦੇ 'ਚ ਇਹਨਾਂ ਨੇ ਸਿੰਥੈਟਿਕਲੀ ਉਹਨੂੰ ਪ੍ਰੋਡਿਊਸ ਕੀਤਾ ਗਿਆ, ਜਿਵੇਂ mRNA ਕਹਿੰਦੇ ਆ, ਠੀਕ ਹੈ। ਉਹ ਜਿਹੜੀਆਂ ਨੂੰ ਉਹ ਸਾਡੇ ਜਿਹੜੇ ਸਨਿਪਟਸ ਯੂਜ਼ ਕੀਤੇ ਗਏ ਨੇ ਉਹ ਸਿੰਥੈਟਿਕਲੀ ਪ੍ਰੋਡਿਊਸ ਕਰਕੇ ਆਪਣੀ ਬਾਡੀ ਵਿੱਚ ਭੇਜੀ ਜਾਂਦੇ ਨੇ ਥਰੂ ਵੈਕਸੀਨ, ਔਰ ਉਹ ਆਪਣੇ ਇਮਿਊਨ ਸਿਸਟਮ ਨੂੰ ਕਹਿੰਦੇ ਨੇ ਕਿ ਤੁਸੀਂ ਐਂਟੀਬਾਡੀ ਨੂੰ ਪ੍ਰੋਡਿਊਸ ਕਰੋ ਤਾਂ ਕਿ ਜਿਹੜੀ ਕੀ ਆਪਣੇ ਵਾਇਰਸ ਦੇ ਖਿਲਾਫ ਲੜ ਸਕਣ। ਸੋ ਇਹਦੇ 'ਚ ਡਿਫਰੈਂਸ ਹੈ ਕਿ ਉਹਨਾਂ ਨੂੰ ਇਹਦੇ ਵਿੱਚ ਕੀ ਵਾਇਰਸ ਦੇ ਜਿਹੜੇ ਸਨਿਪਟਸ ਨੂੰ ਨਹੀਂ ਯੂਜ਼ ਕਰਕੇ ਸਿੰਥੈਟਿਕ ਸਨਿਪਟਸ ਨੂੰ ਯੂਜ਼ ਕੀਤਾ ਗਿਆ, ਜਿਹੜੇ ਕਿ ਐਕਟ ਲਾਈਕ ਬਿਲਕੁਲ ਵਾਇਰਸ ਨੂੰ ਵਾਂਗੂ ਜੋ ਉਹਦੀ ਬਣਤ ਹੈ, ਜੋ ਉਹਨਾਂ ਦਾ ਤਰੀਕਾ ਹੈ ਉਹ ਇਸ ਤਰ੍ਹਾਂ ਯੂਜ਼ ਹੁੰਦਾ ਕਿ ਜਿਵੇਂ ਉਹ ਇੱਕ ਵਾਇਰਸ ਦੀ ਡੈਡ ਬਾਡੀਜ਼ ਉਹਨੂੰ ਉਹ ਫਾਈਟ ਕਰਦਾ ਹੈ। ਸਰੀਰ ਨੂੰ ਤੁਹਾਡੇ ਇਸ ਤਰ੍ਹਾਂ ਲੱਗਦਾ ਵੀ ਵਾਇਰਸ ਆ ਗਿਆ ਤੇ ਤਾਂ ਕਰਕੇ ਤੁਹਾਡੀਆਂ ਜਿਹੜੀਆਂ ਐਂਟੀਬਾਡੀਜ਼ ਉਹਦੇ ਲਈ ਤਿਆਰ ਹੋ ਜਾਂਦੀਆਂ, ਬਿਲਕੁਲ ਤਿਆਰ ਹੋ ਜਾਂਦੀਆਂ ਨੇ। ਸੋ ਉਹਦੀ ਬਣਤ ਦਾ ਤਰੀਕਾ ਹੈ ਉਹ ਮੈਡੀਕਲ ਥੋੜਾ ਡਿਫਰੈਂਟ ਹੈ,
ਬਟ ਇਹ ਕਿੰਨਾ ਕੁ ਇਫੈਕਟਿਵ ਹੋਏਗਾ ਇਹ ਆਉਣ ਵਾਲਾ ਟਾਈਮ ਦੱਸੇਗਾ ਇਸ ਚੀਜ਼ ਦਾ। ਅੱਛਾ, ਜਿਹੜੀ ਇਹਦੇ ਵਿੱਚ ਉਹਨੇ ਟੈਕਨੀਕ ਯੂਜ਼ ਕੀਤੀ ਆ, ਇਹ ਪਾਰਟਿਕੂਲਰ ਇਸੇ ਵੈਕਸੀਨ ਨੂੰ ਤਿਆਰ ਕਰਨ ਲਈ ਯੂਜ਼ ਕੀਤੀ ਕਿ ਪਹਿਲਾਂ ਵੀ ਇਹ ਜਿਹੜੀ ਟੈਕਨੀਕ ਯੂਜ਼ ਕਰਦੇ ਇਹ ਇਸ ਵੈਕਸੀਨ ਨੂੰ ਵੈਸੇ ਤਾਂ ਇਹ ਆਲਰੇਡੀ ਤਿਆਰ ਕਰਦੇ ਰਹਿੰਦੇ ਨੇ ਅਲੱਗ-ਅਲੱਗ ਚੀਜ਼ਾਂ ਦੇ ਵਿੱਚ, ਬਟ ਜਿਹੜੀ ਇੰਨੀ ਵਾਈਡਲੀ ਇਹਨੂੰ ਯੂਜ਼ ਕੀਤਾ ਗਿਆ ਉਹ ਇਸ ਤੱਕ ਯੂਜ਼ ਕੀਤਾ ਗਿਆ ਹੈ। ਸੋ ਤਾਂ ਹੀ ਇਸ ਚੀਜ਼ ਦੇ ਵਿੱਚ ਇਹ ਹੋਏਗਾ ਕਿ ਜਿਹੜੇ ਸਟ੍ਰੇਨਸ ਨੇ ਉਹ ਸਟ੍ਰੇਨਸ ਨੂੰ ਬ੍ਰੌਡ ਸਪੈਕਟਰਮਲੀ ਬਹੁਤ ਸਾਰੇ ਸਟ੍ਰੇਨਸ ਨੂੰ ਕਵਰ ਕਰੇਗੀ, ਬਿਕੋਜ਼ ਇੱਕ ਵਾਇਰਸ ਨੂੰ ਸਟ੍ਰੇਨ ਨੂੰ ਲੈ ਕੇ ਔਰ ਉਹਨੂੰ ਹੀ ਇਹ ਯੂਜ਼ ਨਹੀਂ ਕੀਤਾ ਗਿਆ, ਇਹ ਹੈਲਪ ਲਈ ਗਈ ਹੈ ਕਿ ਉਸ ਇਹ ਵੈਕਸੀਨ ਨੂੰ ਤਿਆਰ ਕੀਤਾ ਜਾਵੇ। ਸਿੰਥੈਟਿਕਲੀ ਆਪਾਂ ਇਹਨੂੰ ਬਣਾਉਂਦੇ ਹਾਂ, ਉਸ ਚੀਜ਼ ਨੂੰ ਬਣ ਤੋਂ ਦੀ ਆਈਡੀਆ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਹ ਬਹੁਤ ਸਾਰੀ ਸਟ੍ਰੇਨਸ ਨੂੰ ਉਹ ਕਵਰ ਕਰੇਗੀ ਵੈਕਸੀਨ ਜਿਹੜਾ ਹੋਏਗਾ। ਅੱਛਾ, ਆਪਾਂ ਹੁਣ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਜਿਹੜੀਆਂ ਕੁਝ ਕੰਪਨੀਜ਼ ਨੇ ਜਿਹੜੀ ਵੈਕਸੀਨ ਤਿਆਰ ਕੀਤੀ ਹੈ, ਖਾਸ ਕਰਕੇ ਜਿਹੜੀ ਫਾਈਜ਼ਰ ਦੀ ਵੈਕਸੀਨ ਤੇ ਮੋਡਰਨਾ ਦੀ ਵੈਕਸੀਨ ਹੈ, ਉਹ ਜ਼ਿਆਦਾ ਜਿਹੜੀ ਦੇਖਣ ਸੁਣਨ ਨੂੰ ਮਿਲੀ ਹੈ, ਕਿਉਂਕਿ ਫਾਈਜ਼ਰ ਦੀ ਵੈਕਸੀਨ ਤਾਂ ਹੁਣ ਆਲਮੋਸਟ FDA ਨੇ ਵੀ ਉਹਨੂੰ ਮਾਨਤਾ ਦੇ ਦਿੱਤੀ ਹੈ, ਹੈਲਥ ਕੈਨੇਡਾ ਵੱਲੋਂ ਵੀ ਹੁਣ ਉਸ ਨੂੰ ਮਾਨਤਾ ਦੇ ਦਿੱਤੀ ਗਈ ਹੈ। ਤੇ ਇਸੇ ਤਰ੍ਹਾਂ ਜਿਹੜੀ ਦੂਸਰੀ ਵੈਕਸੀਨ ਹੈ ਜਿਹੜੀ ਵਰਲਡ ਵਾਈਡ ਜਿਹਨੂੰ ਜ਼ਿਆਦਾ ਪ੍ਰਮਾਣਿਤ ਹੋਈ ਹੈ ਉਹ ਹੈਗੀ ਮੋਡਰਨਾ ਦੀ ਵੈਕਸੀਨ ਜਿਹੜੀ ਅਮਰੀਕਾ ਵਿੱਚ ਤਿਆਰ ਹੋਈ ਹੈ। ਹੁਣ FDA ਨੇ ਉਹਨੂੰ ਦੇ ਦਿੱਤੀ ਹੈ ਮਾਨਤਾ। ਉਹ ਕਿਹਾ ਜਾ ਰਿਹਾ ਵੀ ਉਹ ਵੱਖ-ਵੱਖ ਦੇਸ਼ਾਂ ਲਈ ਤਾਂ ਜਿਹੜੇ ਅਮਰੀਕਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਜਾਣੀ ਸ਼ੁਰੂ ਹੋ ਗਈ ਹੈ, ਪਰ ਕੈਨੇਡਾ ਦੇ ਵਿੱਚ ਜੇ ਮੋਡਰਨਾ ਵਾਲੀ ਨੂੰ ਕੈਨੇਡਾ ਦੇ ਵਿੱਚ ਮੋਡਰਨਾ ਨੂੰ ਅਜੇ ਮਾਨਤਾ ਨਹੀਂ ਦਿੱਤੀ। ਮਾਨਤਾ ਹੋਣ ਵਾਸਤੇ ਘੱਟੋ ਘੱਟ 3 ਤੋਂ 4 ਵੀਕ ਹੋਰ ਲੱਗਣਗੇ। ਹੁਣ ਤੁਸੀਂ ਇਹ ਵੀ ਦੇਖੋ ਸਿਮਰਤ ਜੀ ਕਿ ਜਿਹੜੇ ਚਾਈਨੀਜ਼ ਵੈਕਸੀਨ ਹੈ, ਜਿਹੜੀ ਚਾਈਨੀਜ਼ ਵੈਕਸੀਨ, ਹਾਂਜੀ, ਹੁਣ ਉਹ ਸਾਊਦੀ ਅਰੇਬੀਆ ਦਾ ਜਿਹੜਾ ਖੁਦ ਜਿਹੜਾ ਉਹਨਾਂ ਦਾ ਮੋਨਾਰਕ ਹੈ ਉਹਨੇ ਯੂਜ਼ ਕੀਤੀ ਹੈ, ਪਰ ਉਹ ਕਹਿੰਦਾ ਜੀ ਇਫੈਕਟਿਵ ਹੈ ਉਸ ਚੀਜ਼ ਨੂੰ। ਸੋ ਕਿਤੇ ਨਾ ਕਿਤੇ ਇਹ ਪੋਲੀਟੀਸਾਈਜ਼ ਵੀ ਹੋ ਰਿਹਾ ਉਸ ਚੀਜ਼ ਨੂੰ ਕਿ ਜਿਹੜਾ US ਦੀ ਕੰਪਨੀਜ਼ ਹੈਗੀਆਂ ਨੇ ਦੋਨੇ ਹੀ, ਉਹਨਾਂ ਦੇ ਬੇਸ ਨੂੰ ਲੈ ਕੇ ਚੱਲੀਏ ਤਾਂ ਉਹ ਚਾਹੁੰਦੇ ਨੇ ਕਿ ਸਾਡੀ ਜਿਹੜੀ ਵੈਕਸੀਨ ਹੈ ਉਹ ਸਾਰੀ ਵਰਲਡ ਵਿੱਚ ਜਾਵੇ, ਔਰ ਚਾਈਨਾ ਦੀ ਜਿਹੜੀ ਵੈਕਸੀਨ ਹੈ ਉਹਨੂੰ ਨਾ ਮਾਨਤਾ ਦਿੱਤੀ ਜਾਵੇ, ਨਾ ਇੱਥੇ ਯੂਜ਼ ਕੀਤਾ ਜਾਵੇ, ਕਿਉਂਕਿ ਉਹਦੀ ਜਿਹੜੀ ਔਥੈਂਟਿਸਿਟੀ ਹੈ ਜਾਂ ਉਹਦੀ ਇਫੈਕਟਿਵਨੈਸ ਨੂੰ ਹਜੇ ਅਸੀਂ ਨਹੀਂ ਟੈਸਟ ਕੀਤਾ। ਦੇਖੋ ਦੋਨੇ ਚਾਈਨਾ ਤੇ ਰਸ਼ੀਆ ਦੋਨੇ ਕਮਿਊਨਿਸਟ ਕੰਟਰੀ ਨੇ ਤੇ ਦੋਨਾਂ ਨੇ ਆਪਣੀ ਆਪਣੀ ਵੈਕਸੀਨ ਬਣਾਈ ਹੈ। ਸੋ ਦੇਖ ਲਓ, ਜੇ ਆਪਾਂ ਦੇਖੀਏ ਜਿੰਨਾ ਵੀ ਵੈਸਟਰਨ ਕੰਟਰੀਜ਼ ਨੇ ਉਹਦੇ ਵਿੱਚ ਉਹਨਾਂ ਦੋਨਾਂ ਵੈਕਸੀਨ ਦੀ ਕਿਤੇ ਗੱਲ ਨਹੀਂ ਹੋ ਰਹੀ ਵੀ ਇਹ ਇੱਥੇ ਇਹਨਾਂ ਦੇਸ਼ਾਂ ਦੇ ਵਿੱਚ ਕਿਤੇ ਇਹਨੂੰ ਮਾਨਤਾ ਮਿਲੇਗੀ ਤੇ ਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਔਰ ਦੂਸਰੀ ਗੱਲ ਇਹ ਕਹਿ ਰਹੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਚਾਈਨਾ ਹੈ ਉਹ ਬਹੁਤ ਵੱਡੇ ਲੈਵਲ ਤੇ ਇੱਕ ਕੈਂਪੇਨ ਕਰੇਗਾ ਜਿਹਦੇ ਵਿੱਚ ਉਹ ਸਾਰੀ ਆਪਣੀ ਕੋਸ਼ਿਸ਼ ਕਰੇਗਾ ਕਿ ਆਪਣੀ ਜਿੰਨੀ ਉਹਨਾਂ ਦੀ ਪਾਪੂਲੇਸ਼ਨ ਹੈ ਉਹਨੂੰ ਵੈਕਸੀਨੇਟ ਕੀਤਾ ਜਾਵੇ। ਔਰ ਜਿਹੜੇ ਕਿ ਮਿਡਲ ਈਸਟਰਨ ਕੰਟਰੀਜ਼ ਨੇ, ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਵੀ ਇੱਕ ਇਹਨੂੰ ਪੋਲੀਟੀਕਲ ਰੁਖ ਦਿੱਤਾ ਜਾਏਗਾ। ਠੀਕ ਹੈ, ਕਿਉਂਕਿ ਇਟਸ ਨਾਓ ਬਿਗ ਮਨੀ। ਦੇਖੋ, ਜਦ ਇਹ ਵੈਕਸੀਨ ਡਿਵੈਲਪ ਹੋਏਗਾ ਜਾਂ ਵਰਲਡ ਫੈਲੇਗਾ, ਵਰਲਡ 'ਚ ਜਾਏਗਾ, ਤਾਂ ਇਟ ਇਜ਼ ਗੋਇੰਗ ਟੂ ਬੀ ਅ ਵੈਰੀ ਵੈਰੀ ਬਿਗ ਅਮਾਊਂਟ ਆਫ ਮਨੀ ਜਨਰੇਟਿੰਗ ਫੈਕਟਰ। ਠੀਕ ਹੈ, ਉਸ ਕੰਟਰੀ ਦੀ ਇਕਨੋਮੀ ਨੂੰ, ਉਸ ਕੰਟਰੀ ਦੇ ਫਾਰਮਾਸਿਊਟੀਕਲਸ ਜਿਹੜੀ ਕੰਪਨੀ ਨੂੰ ਲਾਂਚ ਕਰੇਗੀ ਉਹਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ, ਪ੍ਰੋਫਿਟੇਬਲ ਚੀਜ਼ ਹੋਣ ਵਾਲੀ ਹੈ। ਕਿਰਨ ਜੀ, ਅੱਜ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਤੇ ਆਪਣੇ ਜਿਹੜੇ ਵਿਚਾਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੇ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸ਼ੁਕਰੀਆ ਸਿਮਰਨ ਜੀ। ਤੁਸੀਂ ਦੇਖ ਰਹੇ ਸੀ ਸਟਾਰ ਟਾਕ। ਅਗਲੇ ਹਫ਼ਤੇ ਫਿਰ ਤੁਹਾਡੇ ਲਈ ਇੱਕ ਨਵਾਂ ਸ਼ੋਅ ਨਵੇਂ ਵਿਸ਼ੇ ਦੇ ਨਾਲ ਲੈ ਕੇ ਹਾਜ਼ਰ ਹੋਵਾਂਗੇ। ਅੱਜ ਦੇ ਸ਼ੋਅ ਦੇ ਸੰਬੰਧ ਵਿੱਚ ਤੁਸੀਂ ਆਪਣੇ ਵਿਚਾਰ ਸਾਡੇ ਤੱਕ ਜ਼ਰੂਰ ਸਾਂਝੇ ਕਰਨੇ। ਸਾਡੀ ਈਮੇਲ ਤੇ ਜਾਂ ਫੋਨ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਅਗਲੇ ਹਫ਼ਤੇ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।